ਗੁੱਡ ਆਫਟਰਨੂਨ ਸਟੂਡੈਂਟਸ। ਅੱਜ ਆਪਾਂ ਕਰਨਾ ਹੈ ਅੰਤਰਰਾਸ਼ਟਰੀ ਰਾਜਨੀਤੀ ਦੇ ਵਿੱਚ ਸ਼ੀਤ ਯੁੱਧ, ਕੋਲਡ ਵਾਰ ਇਨ ਇੰਟਰਨੈਸ਼ਨਲ ਪੋਲਿਟਿਕਸ। ਤਾਂ ਜਿਹੜਾ ਇਹ ਕੋਲਡ ਵਾਰ ਹੈ, ਇਹ ਜਿਹੜਾ ਯੁੱਧ ਹੈ ਇਹ ਅਸਲ ਦੇ ਵਿੱਚ ਹਥਿਆਰਾਂ ਨਾਲ ਨਹੀਂ ਖੇਡਿਆ ਜਾਂਦਾ, ਸਗੋਂ ਇਹ ਦੋ ਵਿਚਾਰਧਾਰਾਵਾਂ ਦੇ ਵਿਚਕਾਰ ਆਪਸੀ ਦਿਮਾਗੀ ਯੁੱਧ ਹੈ ਜਿਹੜਾ ਉਹ ਹੈ। ਤਾਂ ਅਕਤੂਬਰ 1917 ਦੇ ਵਿੱਚ ਰੂਸ ਦੇ ਵਿੱਚ ਸਾਮਵਾਦੀ ਕ੍ਰਾਂਤੀ ਹੋਈ ਸੀ। ਤਾਂ ਇਸ ਕ੍ਰਾਂਤੀ ਨੇ ਪੂੰਜੀਵਾਦ ਦੇ ਅੰਤ ਤੇ ਮਜ਼ਦੂਰ ਵਰਗ ਦੀ ਤਾਨਾਸ਼ਾਹੀ ਨੂੰ ਸਥਾਪਿਤ ਕਰਕੇ ਆਪਣੀ ਜਿਹੜੀ ਸਾਮਵਾਦੀ ਵਿਚਾਰਧਾਰਾ ਹੈ ਉਸ ਦਾ ਜਨਮ ਕੀਤਾ ਸੀ। ਤਾਂ ਜਿਹੜੇ ਪੂੰਜੀਵਾਦ ਦੇਸ਼ ਨੇ ਤਾਂ ਉਸ ਸਮੇਂ ਉਹ ਰੂਸ ਨੂੰ ਇੱਕ ਸ਼ੱਕ ਦੀ ਨਿਗਾਹ ਦੇ ਨਾਲ ਦੇਖਣ ਲੱਗ ਗਏ ਸੀ, ਕਿਉਂਕਿ ਉਹ ਪੂੰਜੀਵਾਦ ਦੇਸ਼ਾਂ ਦੀਆਂ ਸਰਕਾਰਾਂ ਨੂੰ ਖਤਰਾ ਹੋ ਗਿਆ ਸੀ ਕਿ ਕਿਤੇ ਜਿਹੜੇ ਸਾਡੇ ਮਜ਼ਦੂਰ ਵੀ ਸਾਡੇ ਵਿਰੁੱਧ ਕ੍ਰਾਂਤੀ ਨਾ ਕਰ ਦੇਣ। ਤਾਂ ਇਸ ਤਰ੍ਹਾਂ ਸੋਵੀਅਤ ਸੰਘ ਤੋਂ ਉਹਨਾਂ ਨੇ ਦੂਰੀ ਬਣਾ ਕੇ ਰੱਖਣ ਦਾ ਹੀ ਫੈਸਲਾ ਕੀਤਾ। ਤਾਂ 1924 ਤੇ 1933 ਤੱਕ ਸੰਯੁਕਤ ਰਾਜ ਅਮਰੀਕਾ ਨੇ ਸੋਵੀਅਤ ਸੰਘ ਨੂੰ ਕੋਈ ਮਾਨਤਾ ਨਹੀਂ ਦਿੱਤੀ, ਪਰ ਜਰਮਨੀ ਦੇ ਵਿੱਚ ਨਾਜ਼ੀਵਾਦ, ਇਟਲੀ ਦੇ ਵਿੱਚ ਫਾਸੀਵਾਦ ਅਤੇ ਜਾਪਾਨ ਦੇ ਵਿੱਚ ਤਾਓਵਾਦੀ ਵਿਚਾਰਧਾਰਾਵਾਂ ਦੇ ਪ੍ਰਭਾਵ ਦੇ ਕਾਰਨ ਬ੍ਰਿਟੇਨ ਅਤੇ ਅਮਰੀਕਾ ਦੀਆਂ ਜਿਹੜੀਆਂ ਚਿੰਤਾਵਾਂ ਨੇ ਉਹ ਵਧਣ ਲੱਗ ਗਈਆਂ। ਤਾਂ ਇਸ ਕਾਰਨ 1 ਸਤੰਬਰ 1939 ਦੇ ਵਿੱਚ ਜਰਮਨੀ ਨੇ ਪੋਲੈਂਡ 'ਤੇ ਹਮਲਾ ਕਰਕੇ ਬ੍ਰਿਟਿਸ਼ ਅਤੇ ਅਮਰੀਕੀ ਗੱਠਜੋੜ ਨੂੰ ਲਲਕਾਰਿਆ, ਜਿਸ ਦੇ ਕਾਰਨ ਕੀ ਹੈ ਤਾਂ 3 ਸਤੰਬਰ 1939 ਨੂੰ ਬ੍ਰਿਟੇਨ ਨੇ ਜਰਮਨੀ ਦੇ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਅਤੇ ਇਸ ਘੋਸ਼ਣਾ ਦੇ ਨਾਲ ਉਹਨਾਂ ਨੂੰ ਅਮਰੀਕਾ ਨੂੰ ਸੋਵੀਅਤ ਸੰਘ ਦੀ ਲੋੜ ਮਹਿਸੂਸ ਹੋਈ, ਤਾਂ ਉਹਨਾਂ ਨੇ ਉਸ ਨੂੰ ਮਾਨਤਾ ਹੈ ਜਿਹੜੀ ਉਹ ਦੇ ਦਿੱਤੀ। ਤਾਂ ਇਸ ਤਰ੍ਹਾਂ 6 ਅਗਸਤ 1945 ਨੂੰ ਨਾਗਾਸਾਕੀ ਅਤੇ 9 ਅਗਸਤ 1945 ਨੂੰ ਹੀਰੋਸ਼ੀਮਾ ਨਾਮਕ ਦੋ ਜਾਪਾਨੀ ਸ਼ਹਿਰਾਂ 'ਤੇ ਅਮਰੀਕਾ ਦੁਆਰਾ ਪਰਮਾਣੂ ਬੰਬ ਸੁੱਟੇ ਜਾਣ ਨਾਲ ਇਸ ਯੁੱਧ ਦੀ ਜਿਹੜੀ ਅੱਗ ਹੈ ਉਹ ਠੰਡੀ ਹੋਈ। ਤਾਂ ਇਸ ਤਰ੍ਹਾਂ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ ਦੋ ਮਹਾਸ਼ਕਤੀਆਂ ਨੇ ਜਿਹੜੀਆਂ ਉਹ ਉੱਭਰ ਕੇ ਆਈਆਂ। ਇੱਕ ਸੀਗੀ ਸੰਯੁਕਤ ਰਾਜ ਅਮਰੀਕਾ ਅਤੇ ਦੂਜੀ ਸੀਗੀ ਸੋਵੀਅਤ ਸੰਘ। ਤਾਂ ਜਿਹੜੀ ਸੋਵੀਅਤ ਸੰਘ ਹੈ ਉਸ ਦੀ ਵਿਚਾਰਧਾਰਾ ਕੀ ਸੀ, ਉਹ ਇੱਕ ਸਾਮਵਾਦੀ ਵਿਚਾਰਧਾਰਾ ਨਾਲ ਸੰਬੰਧ ਰੱਖਦੀ ਸੀ, ਪਰ ਅਮਰੀਕਾ ਹੈ ਜਿਹੜੀ ਉਹ ਪੂੰਜੀਵਾਦੀ ਵਿਚਾਰਧਾਰਾ ਵਾਲੀ ਸੀ। ਤਾਂ ਇਸ ਤਰ੍ਹਾਂ ਸ਼ੀਤ ਯੁੱਧ ਦੇ ਸ਼ਬਦਾਂ ਦੀ ਸਭ ਤੋਂ ਪਹਿਲਾਂ ਵਰਤੋਂ ਕਦੋਂ ਅਤੇ ਕਿਸ ਨੇ ਕੀਤੀ, ਤਾਂ ਇਸ ਸੰਬੰਧੀ ਕੋਈ ਵੀ ਜਿਹੜਾ ਵਿਚਾਰ ਹੈ ਉਹ ਸਹੀ ਨਹੀਂ। ਅਲੱਗ-ਅਲੱਗ ਵਿਦਵਾਨਾਂ ਨੇ ਇਸ ਸੰਬੰਧੀ ਅਲੱਗ-ਅਲੱਗ ਵਿਚਾਰ ਨੇ ਜਿਹੜੇ ਉਹ ਦਿੱਤੇ ਨੇ। ਤਾਂ ਹਾਵਜ਼ ਨਾਮ ਦਾ ਇੱਕ ਪੋਲੀਟਿਕਸ ਦੇ ਵਿੱਚ ਇੱਕ ਮਹਾਨ ਵਿਦਵਾਨ ਹੋਇਆ, ਤਾਂ ਉਸ ਨੇ ਸਮਝੌਤਾਵਾਦੀ ਸਿਧਾਂਤ ਦਾ ਵਰਣਨ ਕੀਤਾ ਹੈ। ਤਾਂ ਉਸ ਨੇ ਇਸ ਜਿਹੜਾ ਸਿਧਾਂਤ ਹੈ ਇਸ ਬਾਰੇ, ਇਸ ਕੋਲਡ ਵਾਰ ਬਾਰੇ ਦੱਸਿਆ ਹੈ ਕਿ ਇਹ ਸ਼ੀਤ ਯੁੱਧ ਲੜਾਈ ਵਿੱਚ ਜਾਂ ਲੜਾਈ ਕਰਨ ਵਿੱਚ ਨਹੀਂ ਹੁੰਦਾ, ਸਗੋਂ ਉਸ ਸਮੇਂ ਉਸ ਪਲ ਨਾਲ ਸੰਬੰਧਿਤ ਹੈ ਜਦੋਂ ਲੜਾਈ ਕਰਨ ਦੀ ਇੱਛਾ ਦਾ ਸਪਸ਼ਟ ਤੌਰ 'ਤੇ ਪਤਾ ਚੱਲ ਜਾਂਦਾ ਹੈ। ਇਸ ਲਈ ਯੁੱਧ ਦੇ ਸਰੂਪ ਸੰਬੰਧੀ ਕੁਛ ਦੱਸਿਆ ਨਹੀਂ ਗਿਆ। ਤਾਂ ਇਸ ਦੀ ਇੱਕ ਮੌਸਮ ਦੇ ਨਾਲ ਤੁਲਨਾ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਜਦੋਂ ਮੌਸਮ ਬੱਦਲਾਂ ਵਾਲਾ ਹੁੰਦਾ ਹੈ ਤਾਂ ਉਹ ਜ਼ਰੂਰੀ ਨਹੀਂ ਕਿ ਉਸ ਸਮੇਂ ਬਾਰਿਸ਼ ਹੈ ਜਿਹੜੀ ਉਹ ਹੋਵੇਗੀ। ਤਾਂ ਕਈ ਦਿਨ ਬੱਦਲ ਨੇ ਜਿਹੜੇ ਉਹ ਛਾਏ ਰਹਿੰਦੇ ਨੇ ਪਰ ਬਾਰਿਸ਼ ਜਿਹੜੀ ਨਹੀਂ ਹੁੰਦੀ। ਤਾਂ ਇਸ ਤਰ੍ਹਾਂ ਜਿਹੜਾ ਇਹ ਸ਼ੀਤ ਯੁੱਧ ਹੈ ਉਹ ਦੋ ਵਿਚਾਰਧਾਰਾਵਾਂ ਦੇ ਵਿਚਕਾਰ ਆਪਸ ਦੇ ਵਿੱਚ ਜਿਹੜਾ ਦਿਮਾਗੀ ਯੁੱਧ ਹੈ ਉਸ ਯੁੱਧ ਦੀ ਸਥਿਤੀ ਬਣੀ ਰਹਿੰਦੀ ਹੈ, ਪਰ ਅਸਲ ਦੇ ਵਿੱਚ ਜਿਹੜਾ ਯੁੱਧ ਹੈ ਉਹ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਸ਼ੀਤ ਯੁੱਧ ਦਾ ਅਰਥ ਅਤੇ ਪਰਿਭਾਸ਼ਾ। ਤਾਂ ਕਹਿੰਦੇ ਸ਼ੀਤ ਯੁੱਧ ਇੱਕ ਵਿਚਾਰਕ ਸੰਘ ਜਿਸ ਵਿੱਚ ਦੋ ਵਿਰੋਧੀ ਵਿਚਾਰਧਾਰਾਵਾਂ ਨੇ। ਤਾਂ ਇੱਕ ਪਾਸੇ ਸੰਯੁਕਤ ਰਾਜ ਅਮਰੀਕਾ ਹੈ ਅਤੇ ਦੂਜੇ ਪਾਸੇ ਸੋਵੀਅਤ ਸੰਘ ਰੂਸ ਹੈ। ਤਾਂ ਇਸ ਤਰ੍ਹਾਂ ਇਹਨਾਂ ਦੋਨਾਂ ਜਿਹੜੇ ਇਸ ਰਾਜਾਂ ਦੇ ਵਿੱਚ, ਇਹਨਾਂ ਦੋਨਾਂ ਮਹਾਂਸ਼ਕਤੀਆਂ ਦੇ ਵਿੱਚ ਯੁੱਧ ਦਾ ਖਤਰਾ ਹੈ ਜਿਹੜਾ ਉਹ ਬਣਿਆ ਰਹਿੰਦਾ, ਪਰ ਅਸਲ ਦੇ ਵਿੱਚ ਯੁੱਧ ਹੈ ਜਿਹੜਾ ਉਹ ਨਹੀਂ ਹੁੰਦਾ। ਤਾਂ ਇਸ ਅਵਸਥਾ ਦੇ ਵਿੱਚ ਦੋ ਆਪਸ ਦੇ ਵਿੱਚ ਵਿਰੋਧੀ ਪੱਖ ਮੌਜੂਦ ਹੁੰਦੇ ਨੇ ਜਿਹੜੇ ਹਰ ਪੱਖੋਂ ਯੁੱਧ ਕਰਨ ਦੇ ਲਈ ਤਿਆਰ ਰਹਿੰਦੇ ਨੇ।
ਪਰ ਅਸਲ ਦੇ ਵਿੱਚ ਯੁੱਧ ਨਹੀਂ ਹੁੰਦਾ। ਅਤੇ ਇਹ ਜਿਹੜਾ ਯੁੱਧ ਹੈ ਉਹ ਉਸ ਵਿਰੋਧੀ ਜਿਹੜੀਆਂ ਰਾਜਨੀਤਿਕ ਵਿਚਾਰਧਾਰਾਵਾਂ ਨੇ ਉਹਨਾਂ ਦੇ ਵਿਚਕਾਰ ਹੁੰਦਾ। ਇਸ ਯੁੱਧ ਦੇ ਇਸ ਸ਼ੀਤ ਯੁੱਧ ਦੇ ਜਿਹੜੇ ਸਾਧਨ ਨੇ ਉਹ ਮੁੱਖ ਤੌਰ 'ਤੇ ਕਾਗਜ਼ ਦੇ ਗੋਲਿਆਂ, ਪੱਤਰ ਪੱਤਰਿਕਾਵਾਂ, ਰੇਡੀਓ 'ਤੇ ਪ੍ਰਚਾਰ ਸਨ। ਭਾਵ ਇੱਕ ਦੂਜੇ ਦੇ ਵਿਰੁੱਧ ਜਿਹੜੇ ਵਿਚਾਰ ਨੇ ਉਹ ਦਿੱਤੇ ਜਾਂਦੇ ਨੇ, ਪਰ ਹਥਿਆਰਾਂ ਦਾ ਯੁੱਧ ਹੈ ਜਿਹੜਾ ਉਹ ਨਹੀਂ ਹੁੰਦਾ। ਤਾਂ ਇਸ ਤਰ੍ਹਾਂ ਸ਼ੀਤ ਯੁੱਧ ਵਰਤੋਂ ਸਭ ਤੋਂ ਪਹਿਲਾਂ ਬਰਨਾਰਡ ਬਰੂਚ ਅਤੇ ਫਿਰ ਵਾਲਟਨ ਲਿਪਮੈਨ ਦੇ ਨਾਂ ਦੇ ਜਿਹੜੇ ਵਿਦਵਾਨ ਨੇ ਉਹਨਾਂ ਨੇ ਕੀਤੀ ਹੈ। ਤਾਂ ਇਸ ਤਰ੍ਹਾਂ ਇਸ ਦੀ ਡੈਫੀਨੇਸ਼ਨ ਹੈ ਜਿਹੜੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਸ ਤਰ੍ਹਾਂ ਨੇ ਕਿ ਸ਼ੀਤ ਯੁੱਧ ਪ੍ਰਾਚੀਨ ਸ਼ਕਤੀ ਸੰਤੁਲਨ ਦੀ ਧਾਰਨਾ ਦਾ ਨਵੀਨ ਰੂਪ ਹੈ। ਇਹ ਵਿਚਾਰਧਾਰਾਵਾਂ ਦਾ ਸੰਘਰਸ਼ ਨਾ ਹੋ ਕੇ ਦੋ ਵਿਸ਼ਾਲ ਸ਼ਕਤੀਆਂ ਦਾ ਆਪਸੀ ਸੰਘਰਸ਼ ਹੈ। ਇਹ ਇੱਕ ਅਜਿਹਾ ਯੁੱਧ ਹੈ ਜਿਹੜਾ ਯੁੱਧ ਦੇ ਮੈਦਾਨ ਵਿੱਚ ਨਹੀਂ, ਸਗੋਂ ਮਨੁੱਖ ਦੇ ਦਿਮਾਗਾਂ ਦੇ ਵਿਚਕਾਰ ਲੜਿਆ ਜਾਣ ਵਾਲਾ ਜਿਹੜਾ ਯੁੱਧ ਹੈ ਉਹ ਹੈ। ਫਲੇਮਿੰਗ ਹੈ ਸ਼ੀਤ ਯੁੱਧ ਦੇਸ਼ ਦੁਸ਼ਮਣਾਂ ਨੂੰ ਅਲੱਗ ਕਰਨਾ ਅਤੇ ਮਿੱਤਰਾਂ ਨੂੰ ਜਿੱਤਣਾ ਹੈ। ਅਤੇ ਹਾਰਟਮੈਨ ਹੈ ਜਿਹੜਾ ਉਹ ਕਹਿੰਦੇ ਸ਼ੀਤ ਯੁੱਧ ਦਾ ਅਰਥ ਦੇਸ਼ਾਂ ਵਿਚਾਲੇ ਤਣਾਅ ਦੀ ਉਸ ਸਥਿਤੀ ਤੋਂ ਹੈ ਜਿਸ ਵਿੱਚ ਇੱਕ ਪੱਖ ਦੂਜੇ ਪੱਖ ਨੂੰ ਕਮਜ਼ੋਰ ਕਰਨ ਦੇ ਲਈ ਹਮੇਸ਼ਾ ਜਿਹੜਾ ਯਤਨ ਹੈ ਉਹ ਕਰਦਾ ਰਹਿੰਦਾ, ਪਰ ਇਸ ਦੀ ਸਥਿਤੀ ਹੈ ਜਿਹੜੀ ਉਹ ਵਾਸਤਵਿਕ ਯੁੱਧ ਤੋਂ ਬਿਲਕੁਲ ਅਲੱਗ ਹੁੰਦੀ ਹੈ। ਨੈਕਸਟ ਹੈਗਾ ਕਾਜ਼ ਆਫ ਕੋਲਡ ਵਾਰ। ਕਹਿੰਦੇ ਜਿਸ ਤਰ੍ਹਾਂ ਗਰਮ ਯੁੱਧ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ, ਤਾਂ ਸ਼ੀਤ ਯੁੱਧ ਦੇ ਵਿਚਕਾਰ ਜਿਹੜਾ ਮਤਲਬ ਕਿ ਯੁੱਧ ਦਾ ਕੋਈ ਵੀ ਕਾਰਨ ਹੈ ਜਿਹੜਾ ਉਹ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਇਸ ਦੇ ਅਨੇਕਾਂ ਕਾਰਨ ਹੋ ਸਕਦੇ ਨੇ, ਕਿਉਂਕਿ ਜਿਹੜਾ ਸ਼ੀਤ ਯੁੱਧ ਹੈ ਉਹ ਇੱਕ ਸ਼ਕਤੀ ਸੰਘਰਸ਼ ਦੀ ਰਾਜਨੀਤੀ ਹੈ। ਤਾਂ ਮਾਰਗੈਂਥੋ ਹੈ ਜਿਹੜਾ ਇੱਕ ਵਿਚਾਰ ਹੈ ਜਿਹੜਾ ਉਹ ਦਿੰਦਾ ਹੈ ਕਿ ਸ਼ਕਤੀ ਲਈ ਸੰਘਰਸ਼ ਹੈ। ਤਾਂ ਕੀ ਹੈ, ਦੋਵੇਂ ਮਹਾਂਸ਼ਕਤੀਆਂ, ਇੱਕ ਪਾਸੇ ਅਮਰੀਕਾ ਹੈ ਅਤੇ ਦੂਜੇ ਪਾਸੇ ਸੋਵੀਅਤ ਸੰਘ ਰੂਸ ਹੈ। ਤਾਂ ਦੋਨੋਂ ਜਿਹੜੀਆਂ ਸ਼ਕਤੀਆਂ ਨੇ ਉਹ ਆਪਣੇ ਵੱਧ ਸ਼ਕਤੀਸ਼ਾਲੀ ਹੋਣ ਦੇ ਲਈ ਯਤਨ ਕਰਦੀਆਂ ਰਹਿੰਦੀਆਂ ਨੇ। ਇਸ ਦੇ ਲਈ ਉਹ ਆਪਣਾ ਤਨ ਮਨ ਅਤੇ ਧਨ ਨਾਲ ਲੱਗੀਆਂ ਰਹਿੰਦੀਆਂ ਨੇ। ਉਹ ਆਪਣੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਵੀ ਇਸ ਤਰੀਕੇ ਨਾਲ ਹੀ ਤਿਆਰ ਕਰਦੇ ਨੇ ਕਿ ਉਹ ਆਪਣੇ ਦੇਸ਼ ਪ੍ਰਤੀ ਵਫਾਦਾਰ ਰਹਿਣ ਅਤੇ ਆਪਣੀ ਸ਼ਕਤੀ ਨੂੰ ਵਧਾਉਣ ਦੇ ਵਿੱਚ ਲਗਾਤਾਰ ਲੱਗੇ ਰਹਿਣ। ਅਤੇ ਨੈਕਸਟ ਹੈਗਾ ਬੋਲਸ਼ੇਵਿਕ ਕ੍ਰਾਂਤੀ। ਤਾਂ ਸ਼ੀਤ ਦਾ ਜਿਹੜਾ ਦੂਜਾ ਕਾਰਨ ਹੈ ਉਹ ਰੂਸ ਦੀ ਕ੍ਰਾਂਤੀ ਹੈ। ਰੂਸ ਦੇ ਵਿੱਚ ਲੈਨਿਨ ਦੀ ਅਗਵਾਈ ਦੇ ਵਿੱਚ ਮਜ਼ਦੂਰਾਂ ਅਤੇ ਕਿਸਾਨਾਂ ਨੇ ਇੱਕ ਕ੍ਰਾਂਤੀ ਕੀਤੀ ਸੀ, ਜਿਸ ਦੇ ਨਾਲ ਉੱਤੇ ਸਾਮਵਾਦੀ ਜਿਹੜਾ ਰਾਜ ਹੈ ਉਸ ਦੀ ਸਥਾਪਨਾ ਹੋਈ ਸੀ। ਉਹਨਾਂ ਨੇ ਪੂੰਜੀਵਾਦ ਵਿਵਸਥਾ ਨੂੰ ਉਖਾੜ ਕੇ ਰੱਖ ਦਿੱਤਾ ਸੀ। ਤਾਂ ਇਸ ਤਰ੍ਹਾਂ ਪੂੰਜੀਵਾਦੀ ਦੇਸ਼ਾਂ ਨੂੰ ਖਤਰਾ ਪੈ ਗਿਆ ਸੀ। ਤਾਂ ਇਸ ਲੜਾਈ ਦਾ ਜਿਹੜਾ ਕਾਰਨ ਹੈ ਉਹ ਬੋਲਸ਼ੇਵਿਕ ਕ੍ਰਾਂਤੀ ਹੈ। ਯੁੱਧ ਤੋਂ ਬਾਅਦ ਦੇ ਉਦੇਸ਼ਾਂ ਦੇ ਵਿੱਚ ਅੰਤਰ। ਤਾਂ ਕਹਿੰਦੇ ਜਿਹੜਾ 1945 ਦੇ ਵਿੱਚ ਦੂਜਾ ਜਿਹੜਾ ਵਿਸ਼ਵ ਯੁੱਧ ਹੈ ਉਹ ਖਤਮ ਹੋ ਗਿਆ ਸੀ। ਤਾਂ ਇਸ ਯੁੱਧ ਦੇ ਖਤਮ ਹੋਣ ਨਾਲ ਜਿਹੜੇ ਪੱਛਮੀ ਦੇਸ਼ ਨੇ ਉਹਨਾਂ ਨੂੰ ਖਤਰਾ ਹੋ ਗਿਆ ਸੀ ਕਿਤੇ ਸੋਵੀਅਤ ਸੰਘ ਹੈ ਜਿਹੜਾ ਉਹ ਜਰਮਨੀ ਦੇ ਉੱਪਰ ਆਪਣੀ ਸ਼ਕਤੀ ਹੈ ਜਿਹੜੀ ਉਹ ਸਥਾਪਿਤ ਨਾ ਕਰ ਲਵੇ। ਤਾਂ ਇਸ ਕਾਰਨ ਜਿਹੜਾ ਅਮਰੀਕਾ ਨੇ ਇਸ ਦਾ ਵਿਰੋਧ ਹੈ ਜਿਹੜਾ ਉਹ ਕਰਨਾ ਸ਼ੁਰੂ ਕੀਤਾ। ਵਿਚਾਰਧਾਰਕ ਮਤਭੇਦ ਸੀਗੇ ਉਹਨਾਂ ਦੇ ਵਿੱਚ। ਇੱਕ ਪਾਸੇ ਅਮਰੀਕਾ ਇੱਕ ਪੂੰਜੀਵਾਦੀ ਉਦਾਰ ਅਤੇ ਲੋਕਤੰਤਰਿਕ ਵਿਚਾਰਾਂ ਦਾ ਸਮਰਥਕ ਸੀ, ਅਤੇ ਦੂਜੇ ਪਾਸੇ ਸੋਵੀਅਤ ਸੰਘ ਸਾਮਵਾਦੀ ਵਿਵਸਥਾ ਅਤੇ ਇੱਕ ਦਲੀ ਵਿਵਸਥਾ ਦਾ ਰਾਸ਼ਟਰ ਬਣਿਆ ਹੋਇਆ ਸੀ। ਤਾਂ ਇਹਨਾਂ ਦੋਨਾਂ ਦੀਆਂ ਵਿਚਾਰਧਾਰਾਵਾਂ ਸੀ ਜਿਹੜੀਆਂ ਅਲੱਗ ਸੀ, ਜਿਸ ਦੇ ਕਾਰਨ ਇਹਨਾਂ ਦੇ ਵਿੱਚ ਸ਼ੀਤ ਯੁੱਧ ਦੇ ਕਾਰਨ ਨੇ ਜਿਹੜੇ ਉਹ ਬਣੇ ਰਹੇ। ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਬੇਭਰੋਸਗੀ ਅਤੇ ਵਿਸ਼ਵਾਸ ਹੈ ਜਿਹੜਾ ਉਹ ਬਣਿਆ ਰਿਹਾ, ਜਿਸ ਦੇ ਕਾਰਨ ਇਹ ਦੋਨੋਂ ਸ਼ਕਤੀਆਂ ਆਪਸ ਦੇ ਵਿੱਚ ਲੜਦੀਆਂ ਰਹੀਆਂ। ਅਤੇ ਅਮਰੀਕਾ ਨੂੰ ਸੰਯੁਕਤ ਰਾਜ ਅਮਰੀਕਾ ਨੂੰ ਇਹ ਖਤਰਾ ਸੀ ਕਿ ਸੋਵੀਅਤ ਸੰਘ ਹੈ ਜਿਹੜਾ ਇੱਕ ਸ਼ਕਤੀਸ਼ਾਲੀ ਰਾਜ ਹੈ। ਤਾਂ ਦੋਨੇ ਸਮਝੌਤੇ ਵੀ ਕਰ ਲੈਂਦੇ ਸੀ, ਪਰ ਦੋਨੋਂ ਫਿਰ ਵੀ ਆਪਣੀ ਜਿਹੜੀ ਬੇਭਰੋਸਗੀ ਹੈ ਜਿਹੜੀ ਉਹਨਾਂ ਦੀ ਪਾਈ ਜਾਂਦੀ ਸੀ ਆਪਸ ਦੇ ਵਿੱਚ। ਉਹ ਆਪਣਾ ਆਪਣਾ ਖੇਤਰ ਵਧਾਉਣ ਦੇ ਵਿੱਚ ਲੱਗੇ ਰਹਿੰਦੇ ਸੀ। ਤਾਂ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਦਿਮਾਗਾਂ ਦੇ ਵਿੱਚ ਵਿਚਾਰਧਾਰਾਵਾਂ ਦੀ ਜਿਹੜੀ ਆਪਸੀ ਲੜਾਈ ਹੈ ਉਹ ਚੱਲਦੀ ਰਹਿੰਦੀ ਸੀ। ਤਾਂ ਇਹ ਮੁੱਖ ਜਿਹੜੇ ਕਾਰਨ ਸੀ ਉਹ ਸ਼ੀਤ ਯੁੱਧ ਸੀ, ਜਿਸ ਦੇ ਕਾਰਨ ਜਿਹੜਾ ਸ਼ੀਤ ਯੁੱਧ ਹੈ ਉਹ ਹੋਂਦ ਦੇ ਵਿੱਚ ਆਇਆ। ਥੈਂਕ ਯੂ।